सन 1347 ਅਕਤੂਬਰ ਦਾ ਮਹੀਨਾ। ਯੂਰਪ ਦਾ ਮੌਸਮ ਕੁਝ ਠੀਕ ਨਹੀਂ ਸੀ। ਕਾਲੇ ਸਮੁੰਦਰ ਦੀ ਇੱਕ ਲੰਮੀ ਦੂਰੀ ਤੈਅ ਕਰਕੇ 1 ਦਰਜਨ ਦੇ ਕਰੀਬ ਸਮੁੰਦਰੀ ਜਹਾਜ਼ ਸਿਸਲੀ ਬੰਦਰਗਾਹ 'ਤੇ ਪਹੁੰਚੇ। ਕਾਫੀ ਸੰਖਿਆ ਦੇ ਵਿੱਚ ਲੋਕ ਜਹਾਜ਼ਾਂ ਦਾ ਸਵਾਗਤ ਕਰਨ ਵਾਸਤੇ ਸਮੁੰਦਰ ਦੇ ਕੰਢੇ ਇਕੱਠੇ ਹੋਏ ਸਨ। ਜਹਾਜ਼ ਸਮੁੰਦਰ ਦੇ ਕਿਨਾਰੇ ਤਾਂ ਲੱਗੇ, ਪਰ ਕੋਈ ਵੀ ਬੰਦਾ ਜਹਾਜ਼ਾਂ 'ਚੋਂ ਬਾਹਰ ਨਾ ਨਿਕਲਿਆ। ਲੋਕ ਜਿਹੜੇ ਸਵਾਗਤ ਲਈ ਖੜ੍ਹੇ ਸੀ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਤੇ ਥੋੜ੍ਹੀ ਦੇਰ ਬਾਅਦ ਉਹ ਖੁਦ ਜਹਾਜ਼ਾਂ ਦੇ ਵਿੱਚ ਚੜ੍ਹੇ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ। ਲਾਸ਼ਾਂ ਦੇ ਨਾਲ ਭਰੇ ਹੋਏ ਸਮੁੰਦਰੀ ਜਹਾਜ਼ ਤੇ ਲਾਸ਼ਾਂ ਦੇ ਵਿੱਚ ਕੁਝ ਜਿਉਂਦੇ ਬੰਦੇ ਜੋ ਕਿਸੇ ਤਰ੍ਹਾਂ ਜ਼ਿੰਦਗੀ ਦੀ ਡੋਰ ਸਾਂਭੀ ਬੈਠੇ ਸਨ। ਦਰਅਸਲ ਇਹ ਮੌਤਾਂ ਪਲੇਗ ਦੇ ਕਾਰਨ ਹੋਈਆਂ ਸਨ। ਜਹਾਜ਼ਾਂ ਦੇ ਵਿੱਚ ਸਵਾਰ ਹੋ ਕੇ ਆਈ ਇਹ ਮਹਾਮਾਰੀ ਯੂਰਪ ਦੇ ਕਈ ਹਿੱਸਿਆਂ ਦੇ ਵਿੱਚ ਫੈਲ ਗਈ ਤੇ ਯੂਰਪ ਦੀ ਅੱਧੀ ਆਬਾਦੀ ਨੂੰ ਖਾ ਗਈ। 13ਵੀਂ 14ਵੀਂ ਸਦੀ ਦਾ ਇਤਿਹਾਸ ਦੇਖੀਏ ਤਾਂ ਯੂਰਪ ਦੀ ਹਾਲਤ ਵੀ ਬਾਕੀ ਦੇਸ਼ਾਂ ਦੇ ਨਾਲੋਂ ਚੰਗੀ ਨਹੀਂ ਸੀ। ਕੁਦਰਤੀ ਆਫਤਾਂ ਤੇ ਬਿਮਾਰੀਆਂ ਦਾ ਜਿਹੋ ਜਿਹਾ ਅਸਰ ਬਾਕੀ ਮੁਲਕਾਂ 'ਤੇ ਸੀ, ਉਸੇ ਤਰ੍ਹਾਂ ਯੂਰਪ ਦੇ ਵਿੱਚ ਵੀ ਇਹ ਛਾਇਆ ਹੋਇਆ ਸੀ। ਬਲੈਕ ਡੈਥ ਫੈਲਣ ਤੋਂ ਪਹਿਲਾਂ 1315 ਦੇ ਸਮੇਂ ਦੇ ਵਿੱਚ ਉੱਤਰੀ ਯੂਰਪ ਦੇ ਵਿੱਚ ਅੰਨ ਦਾ ਅਕਾਲ ਪੈ ਚੁੱਕਿਆ ਸੀ ਤੇ ਭੁੱਖਮਰੀ ਦੀ ਚਪੇਟ ਦੇ ਵਿੱਚ ਆ ਕੇ ਉੱਤਰੀ ਯੂਰਪ ਮਰ ਰਿਹਾ ਸੀ। ਅਸਲ ਵਿੱਚ 1310 ਤੋਂ ਬਾਅਦ ਯੂਰਪ ਦੇ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਉਣ ਨਾਲ ਮੌਸਮ ਖਰਾਬ ਹੋ ਗਿਆ ਤੇ ਲਗਾਤਾਰ ਵਿਗੜਦਾ ਹੀ ਚਲਿਆ ਗਿਆ, ਜਿਸ ਨਾਲ ਖੇਤੀ ਬੁਰੀ ਤਰ੍ਹਾਂ ਨੁਕਸਾਨੀ ਜਾਣ ਲੱਗੀ। ਦੂਜੇ ਪਾਸੇ ਯੂਰਪ ਦੀ ਆਬਾਦੀ ਵੀ ਤੇਜ਼ੀ ਦੇ ਨਾਲ ਵਧ ਰਹੀ ਸੀ। ਫਿਰ ਉਹੀ ਹੋਇਆ ਜਿਸ ਦਾ ਡਰ ਸੀ। ਸਨ 1315 ਦੇ ਵਿੱਚ ਜਿਸ ਮੌਸਮ ਦੇ ਵਿੱਚ ਮੀਂਹ ਨਹੀਂ ਵੀ ਪੈਣਾ ਚਾਹੀਦਾ ਸੀ, ਉਸ ਮੌਸਮ ਦੇ ਵਿੱਚ ਲਗਾਤਾਰ ਮੀਂਹ ਪੈਣ ਲੱਗੇ ਤੇ ਸਰਦੀਆਂ ਦਾ ਮੌਸਮ ਬਹੁਤ ਲੰਬਾ ਚਲਿਆ ਗਿਆ ਤੇ ਖੇਤੀ ਬਿਲਕੁਲ ਖਰਾਬ ਹੋ ਗਈ। ਕਿਹਾ ਜਾਂਦਾ ਸੀ ਕਿ ਉਸ ਸਮੇਂ ਦੌਰਾਨ ਅੰਨ ਦਾ ਅਕਾਲ ਇਸ ਤਰ੍ਹਾਂ ਪੈ ਗਿਆ ਸੀ ਕਿ ਜਿਨ੍ਹਾਂ ਦੇ ਕੋਲ ਅੰਨ ਦੇ ਭੰਡਾਰ ਸਨ ਉਹ 300 ਗੁਣਾ ਵਧਾ ਕੇ ਅੰਨ ਵੇਚਦੇ ਸੀ। ਜਿਨ੍ਹਾਂ ਕੋਲ ਅੰਨ ਨਹੀਂ ਸੀ ਤੇ ਜੋ ਖਰੀਦ ਨਹੀਂ ਸਕਦੇ ਸੀ, ਉਹਨਾਂ ਨੂੰ ਭੁੱਖਿਆਂ ਮਰਨਾ ਮਨਜ਼ੂਰ ਹੀ ਕਰਨਾ ਪੈਣਾ ਸੀ। ਸੋ ਭੁੱਖ ਦੇ ਕਾਰਨ ਹੀ ਉੱਤਰੀ ਯੂਰਪ ਦੇ ਲੱਖਾਂ ਲੋਕਾਂ ਦੀ ਤੜਫ ਕੇ ਮੌਤ ਹੋ ਗਈ ਸੀ। ਇੰਨੀ ਵੱਡੀ ਸਮੱਸਿਆ 'ਚੋਂ ਉੱਭਰਨਾ ਆਸਾਨ ਨਹੀਂ ਸੀ, ਪਰ ਕਿਸੇ ਤਰ੍ਹਾਂ ਕਰਕੇ ਯੂਰਪ ਇਸ 'ਚੋਂ ਬਾਹਰ ਆ ਰਿਹਾ ਸੀ। ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਤੋਂ ਵੀ ਵੱਡੀ ਤੇ ਭਿਆਨਕ ਸਮੱਸਿਆ ਉਹਨਾਂ ਦੇ ਦਰਵਾਜ਼ਿਆਂ 'ਤੇ ਦਸਤਕ ਦੇਣ ਵਾਲੀ ਹੈ। ਬਲੈਕ ਡੈਥ ਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਖਤਰਨਾਕ ਤੇ ਭਿਆਨਕ ਮਹਾਮਾਰੀ ਮੰਨਿਆ ਜਾਂਦਾ ਹੈ। ਇਸ ਬਿਮਾਰੀ 'ਤੇ ਸ਼ੁਰੂ ਤੋਂ ਹੀ ਕਈ ਤਰ੍ਹਾਂ ਦੀਆਂ ਰਿਸਰਚਸ ਤੇ ਸ਼ੋਧ ਹੁੰਦੇ ਆ ਰਹੇ ਸਨ। ਇਹਨਾਂ ਰਿਸਰਚਸ ਤੋਂ ਇਹੀ ਸਾਬਤ ਹੋਇਆ ਹੈ ਕਿ ਇਹ ਬਲੈਕ ਡੈਥ ਨਾਮਕ ਬਿਮਾਰੀ ਚੀਨ ਤੋਂ ਹੀ ਸ਼ੁਰੂ ਹੋਈ ਸੀ। ਪਰ ਚੀਨ ਦੇ ਵਿੱਚ ਇਹ ਰੋਗ ਕਿਸ ਤਰ੍ਹਾਂ ਫੈਲਿਆ, ਇਹ ਅੱਜ ਤੱਕ ਇੱਕ ਰਾਜ ਬਣਿਆ ਹੋਇਆ ਹੈ। ਪਰ ਕਿਹਾ ਜਾਂਦਾ ਹੈ ਕਿ ਉਸ ਦੌਰ 'ਚ ਚੀਨ ਵਿੱਚ ਕਈ ਵਾਰ ਪਲੇਗ ਫੈਲਿਆ ਸੀ ਤੇ ਫਿਰ 1340 ਦੇ ਵਿੱਚ ਇੱਕ ਵਾਰ ਫਿਰ ਪਲੇਗ ਚੀਨ ਦੇ ਵਿੱਚ ਫੈਲਿਆ ਤੇ ਇਸ ਵਾਰ ਇਹ ਪਲੇਗ ਸਿਰਫ ਚੀਨ ਦੀਆਂ ਸਰਹੱਦਾਂ ਤੱਕ ਹੀ ਸੀਮਤ ਨਹੀਂ ਰਿਹਾ। ਵਪਾਰ ਦਾ ਕੰਮ ਸੌਖਾ ਕਰਨ ਵਾਸਤੇ ਮੱਧ ਏਸ਼ੀਆ, ਦੱਖਣੀ ਯੂਰਪ ਦੇ ਵਿੱਚ ਸੰਪਰਕ ਜੋੜਨ ਲਈ ਸਦੀਆਂ ਪਹਿਲਾਂ ਜ਼ਮੀਨੀ ਤੇ ਸਮੁੰਦਰੀ ਰਸਤੇ ਬਣਾਏ ਗਏ ਸਨ, ਜਿਸ ਨੂੰ ਸਿਲਕ ਰੋਡ ਵੀ ਕਿਹਾ ਜਾਂਦਾ ਹੈ। ਸਿਲਕ ਰੋਡ ਇਸ ਕਰਕੇ ਕਿਉਂਕਿ ਉਸੇ ਰਸਤਿਆਂ ਦੁਆਰਾ ਪਹਿਲਾਂ ਸਿਲਕ ਦਾ ਵਪਾਰ ਕੀਤਾ ਜਾਂਦਾ ਸੀ। ਫਿਰ 14ਵੀਂ ਸਦੀ ਦੇ ਚੌਥੇ ਦਸ਼ਕ ਦੇ ਵਿੱਚ ਪਲੇਗ ਦਾ ਬੰਬ ਚੀਨ ਦੇ ਵਿੱਚ ਫਟਿਆ ਤੇ ਇਹ ਮਹਾਮਾਰੀ ਇਸ ਸਿਲਕ ਰੋਡ ਦੇ ਰਸਤੇ ਯੂਰਪ ਦੇ ਵਿੱਚ ਦਾਖਲ ਹੋ ਗਈ। ਹੋਇਆ ਇਹ ਸੀ ਕਿ ਪਲੇਗ ਦੇ ਕੀਟਾਣੂ ਕਾਲੇ ਚੂਹਿਆਂ ਦੇ ਜ਼ਰੀਏ ਸਨ 1346 ਦੇ ਵਿੱਚ ਯੂਰਪ ਦੇ ਯੂਕਰੇਨ ਦੇ ਕ੍ਰੀਮੀਆ ਦੇ ਵਿੱਚ ਪਹੁੰਚੇ। ਕ੍ਰੀਮੀਆ ਤੋਂ ਜਦੋਂ ਵਪਾਰਕ ਜਹਾਜ਼ਾਂ ਨੂੰ ਇਟਲੀ ਦੇ ਸਿਸਲੀ ਪੋਰਟ ਲਈ ਰਵਾਨਾ ਕੀਤਾ ਗਿਆ ਤਾਂ ਪਲੇਗ ਦੇ ਕੀਟਾਣੂ ਚੂਹਿਆਂ ਦੇ ਨਾਲ ਹੀ ਜਹਾਜ਼ਾਂ ਦੇ ਵਿੱਚ ਸਵਾਰ ਹੋ ਗਏ। ਬਿਮਾਰੀ ਜਹਾਜ਼ਾਂ ਦੇ ਵਿੱਚ ਫੈਲਣ ਦੇ ਨਾਲ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੀ ਹਾਲਤ ਖਰਾਬ ਹੋਣ ਲੱਗੀ ਤੇ ਕਈ ਲੋਕ ਤਾਂ ਜਹਾਜ਼ ਦੇ ਵਿੱਚ ਹੀ ਦਮ ਤੋੜ ਗਏ ਤੇ ਕਈ ਲੋਕਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਸਨ 1347 ਦੇ ਵਿੱਚ ਜਦੋਂ ਇਹ ਜਹਾਜ਼ ਇਟਲੀ ਪਹੁੰਚਦੇ ਹਨ ਤਾਂ ਉੱਥੇ ਭਾਰੀ ਸੰਖਿਆ ਦੇ ਵਿੱਚ ਲੋਕ ਬੰਦਰਗਾਹ 'ਤੇ ਮੌਜੂਦ ਸਨ। ਉੱਥੇ ਲੋਕਾਂ ਨੇ ਦੇਖਿਆ ਕਿ ਜਹਾਜ਼ ਤਾਂ ਕਬਰਸਤਾਨ ਬਣ ਚੁੱਕੇ ਹਨ। ਕਿਸੇ ਤਰ੍ਹਾਂ ਕਰਕੇ ਬਚੇ ਹੋਏ ਲੋਕਾਂ ਨੂੰ ਜਹਾਜ਼ਾਂ 'ਚੋਂ ਕੱਢਿਆ ਗਿਆ। ਸਾਰੇ ਲੋਕ ਲਾਸ਼ਾਂ ਦੇਖ ਕੇ ਡਰੇ ਹੋਏ ਸੀ ਕਿਉਂਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਉਂ ਤੇ ਕਿਵੇਂ ਹੋਇਆ ਹੋਵੇਗਾ। ਅਫਸੋਸ ਦੀ ਗੱਲ ਤਾਂ ਇਹ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਹ ਛੂਆ-ਛੂਤ ਦੀ ਬਿਮਾਰੀ ਹੈ ਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹੀ ਇਹ ਯੂਰਪ ਦੀ ਅੱਧੀ ਆਬਾਦੀ ਨੂੰ ਨਿਗਲ ਜਾਵੇਗਾ। ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਲੇਗ ਹੌਲੀ-ਹੌਲੀ ਕਰਕੇ ਯੂਰਪ ਦੇ ਬਾਕੀ ਹਿੱਸਿਆਂ ਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ ਤੇ ਲੱਖਾਂ ਲੋਕਾਂ ਦੀ ਜਾਨ ਲੈਣੀ ਸ਼ੁਰੂ ਕਰ ਦਿੱਤੀ। ਯੂਰਪ ਦੇ ਵਿੱਚ ਜਗ੍ਹਾ-ਜਗ੍ਹਾ ਸਮੂਹਿਕ ਕਬਰਾਂ ਪੱਟੀਆਂ ਗਈਆਂ ਤੇ ਕਿਸੇ ਤਰ੍ਹਾਂ ਕਰਕੇ ਲਾਸ਼ਾਂ ਨੂੰ ਉੱਥੇ ਦਫਨਾਇਆ ਗਿਆ। ਪੂਰੇ ਯੂਰਪ ਦੇ ਵਿੱਚ ਜਦੋਂ ਇਹ ਰੋਗ ਫੈਲਣ ਲੱਗਿਆ ਤਾਂ ਲੋਕ ਡਰ ਦੇ ਸਾਏ ਦੇ ਵਿੱਚ ਰਹਿਣ ਲੱਗੇ। ਖੌਫ ਦਾ ਆਲਮ ਇਹ ਸੀ ਕਿ ਰੋਗੀ ਬੰਦੇ ਦੇ ਕੋਲ ਕੋਈ ਵੀ ਜਾਂਦਾ ਨਹੀਂ ਸੀ ਤੇ ਨਾ ਹੀ ਉਸ ਦੇ ਕੱਪੜਿਆਂ ਨੂੰ ਕੋਈ ਛੂੰਹਦਾ ਸੀ। ਲੋਕਾਂ ਨੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਕੈਦ ਕਰ ਲਿਆ ਸੀ। ਸਮਾਜ ਵਰਗੀ ਕੋਈ ਚੀਜ਼ ਹੀ ਨਹੀਂ ਬਚੀ ਸੀ। ਗਵਾਂਢੀ ਤਾਂ ਦੂਰ, ਭਰਾ, ਪਤੀ ਪਤਨੀ ਤੇ ਪਿਓ ਪੁੱਤ ਵੀ ਇੱਕ ਦੂਜੇ ਤੋਂ ਦੂਰ ਰਹਿਣ ਲਈ ਮਜਬੂਰ ਹੋ ਗਏ ਸੀ। ਰਿਸ਼ਤੇਦਾਰੀਆਂ ਦੇ ਵਿੱਚ ਅਜਿਹੀ ਤਰੇੜ ਆ ਗਈ ਸੀ ਕਿ ਮਾਵਾਂ ਆਪਣੇ ਬੱਚਿਆਂ ਵੱਲ ਵੀ ਦੇਖ ਨਹੀਂ ਸਕਦੀਆਂ ਸੀ।
ਮਨੁੱਖਤਾ ਨਾਮ ਦੀ ਚੀਜ਼ ਹੀ ਖਤਮ ਹੋ ਚੁੱਕੀ ਸੀ। ਇੱਥੇ ਤੱਕ ਸਰਕਾਰੀ ਅਫਸਰ ਵੀ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆ ਚੁੱਕੇ ਸਨ ਤਾਂ ਸਰਕਾਰਾਂ ਵੱਲੋਂ ਵੀ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਸੀ। ਹਰ ਕੋਈ ਆਪਣੀ ਮਰਜ਼ੀ ਕਰਦਾ ਨਜ਼ਰ ਆ ਰਿਹਾ ਸੀ। ਇੱਕ ਇਟਾਲੀਅਨ ਪੱਤਰਕਾਰ ਜੋ ਉਸ ਸਮੇਂ ਫਲੋਰੈਂਸ ਦੇ ਵਿੱਚ ਸੀ, ਉਸਨੇ ਇਹ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ ਤੇ ਉਸਨੇ ਇੱਕ ਕਿਤਾਬ ਦੇ ਵਿੱਚ ਇਹ ਸਾਰੇ ਚਿੱਤਰ ਉਘੇਰੇ ਸੀ ਜੋ ਇਸ ਸਮੇਂ ਤੁਸੀਂ ਦੇਖ ਰਹੇ ਹੋ। ਉਸਨੇ ਆਪਣੀ ਕਿਤਾਬ ਦੇ ਵਿੱਚ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਸਨ। ਕਰੀਬ 5 ਸਾਲ ਮਤਲਬ ਸਨ 1352 ਤੱਕ ਤਬਾਹੀ ਮਚਾਉਣ ਤੋਂ ਬਾਅਦ ਬਲੈਕ ਡੈਥ ਦਾ ਪ੍ਰਭਾਵ ਘੱਟ ਹੋਣ ਲੱਗਿਆ ਸੀ ਕਿਉਂਕਿ ਲੋਕਾਂ ਨੇ ਆਪਣੇ ਆਪ ਨੂੰ ਬਿਮਾਰ ਲੋਕਾਂ ਤੋਂ ਦੂਰ ਕਰ ਲਿਆ ਸੀ। ਪਰ ਯੂਰਪ ਦੇ ਸਮਾਜ ਤੇ ਆਰਥਿਕ ਵਿਵਸਥਾ ਦੇ ਵਿੱਚ ਖਾਸਾ ਅਸਰ ਪਿਆ ਸੀ। ਅੱਧੀ ਆਬਾਦੀ ਦੇ ਖਤਮ ਹੋਣ ਕਰਕੇ ਕਰੀਬ ਯੂਰਪ ਸੁੰਨਸਾਨ ਹੋ ਚੁੱਕਿਆ ਸੀ। ਇਮਾਰਤਾਂ, ਘਰ, ਫੈਕਟਰੀਆਂ ਸਭ ਖਾਲੀ ਹੋ ਚੁੱਕੀਆਂ ਸੀ। ਕਾਫੀ ਕੋਸ਼ਿਸ਼ ਤੋਂ ਬਾਅਦ ਫੈਕਟਰੀਆਂ ਦੇ ਵਿੱਚ ਬੰਦ ਪਈਆਂ ਮਸ਼ੀਨਾਂ ਦੇ ਵਿੱਚ ਹਰਕਤ ਹੋਈ। ਜਿੱਥੇ ਅੱਧੀ ਆਬਾਦੀ ਖਤਮ ਹੋ ਚੁੱਕੀ ਸੀ ਤਾਂ ਮਜ਼ਦੂਰੀ ਵੀ ਮਹਿੰਗੀ ਹੋ ਗਈ ਤੇ ਫੈਕਟਰੀਆਂ ਦੇ ਵਿੱਚ ਬਣਨ ਵਾਲਾ ਸਮਾਨ ਮਹਿੰਗਾ ਵਿਕਣ ਲੱਗਿਆ। ਬਸ ਅੰਨ ਦੀਆਂ ਕੀਮਤਾਂ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਕਿਉਂਕਿ ਖਾਣ ਲਈ ਲੋਕ ਵੀ ਚਾਹੀਦੇ ਸਨ ਤੇ ਅੱਧੀ ਆਬਾਦੀ ਤਾਂ ਮਰ ਚੁੱਕੀ ਸੀ। ਲੋਕਾਂ ਦੇ ਵਿੱਚ ਬਲੈਕ ਡੈਥ ਦਾ ਡਰ ਅਜਿਹਾ ਫੈਲਿਆ ਕਿ ਲੋਕ ਕਹਿਣ ਲੱਗੇ ਕਿ ਰੱਬ ਨੇ ਉਹਨਾਂ ਦੇ ਕੋਲੋਂ ਮੂੰਹ ਫੇਰ ਲਿਆ ਹੈ ਤੇ ਕਈ ਲੋਕ ਇਸ ਨੂੰ ਕਾਲਾ ਜਾਦੂ ਵੀ ਦੱਸਣ ਲੱਗੇ ਅਤੇ ਆਪਣੇ ਆਪ ਨੂੰ ਸੰਭਾਲਣ ਦੇ ਲਈ ਯੂਰਪ ਨੂੰ ਕਈ ਸੈਂਕੜੇ ਸਾਲ ਲੱਗ ਗਏ।